3 ਨਿਊਜ਼ ਆਮ ਆਦਮੀ ਦੀ ਆਵਾਜ਼। ਤੁਸੀਂ ਦੇਖੋਗੇ ਖਬਰ ਹਰ ਧਰਮ ਦੀ, ਖੇਡ ਦੇ ਮੈਦਾਨ ਤੋਂ ਤਾਜ਼ੇ ਅਤੇ ਲਾਈਵ ਅਪਡੇਟ, ਅਤੇ ਨਾਲ ਹੀ ਰਾਜਨੀਤੀ ਦੇ ਉਥਲ-ਪੁਥਲ ਦੀਆਂ ਹਰ ਤਰ੍ਹਾਂ ਦੀਆਂ ਖਬਰਾਂ ਜਾਣਨ ਤੇ ਦੇਖਣ ਦੇ ਲਈ 3 ਨਿਊਜ਼ ਆਮ ਆਦਮੀ ਦੀ ਆਵਾਜ਼। ਸਤਿ ਸ਼੍ਰੀ ਅਕਾਲ ਪੰਜਾਬੀਓ। ਅੱਜ ਮੈਂ ਇਹ ਵੀਡੀਓ ਬਹੁਤ ਜ਼ਰੂਰੀ ਮਕਸਦ ਨਾਲ ਬਣਾ ਰਿਹਾ। ਹੋ ਸਕੇ ਤਾਂ ਇਸ ਵੀਡੀਓ ਦੇ ਵਿੱਚ ਹੋਣ ਵਾਲੀਆਂ ਗੱਲਾਂ ਨੂੰ ਧਿਆਨ ਨਾਲ ਸਮਝਣਾ ਤੇ ਇਹਦੀ ਡੂੰਘਾਈ ਤੱਕ ਜਾਣ ਦੀ ਕੋਸ਼ਿਸ਼ ਕਰਨਾ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਅੱਜ ਪੰਜਾਬ ਦਾ ਅੰਨਦਾਤਾ ਦਿੱਲੀ ਦੇ ਬਾਰਡਰਾਂ ਤੇ ਖੜ ਕੇ ਆਪਣੇ ਹੱਕਾਂ ਵਾਸਤੇ ਸੰਘਰਸ਼ ਕਰ ਰਿਹਾ ਹੈ। ਅੱਜ ਜੇ ਸਾਡੇ ਦੇਸ਼ ਦੇ ਵਿੱਚ ਇਹ ਕਿਸਾਨਾਂ ਦੇ ਹਾਲਾਤ ਬਣੇ ਨੇ ਤਾਂ ਉਹਦੀ ਜ਼ਿੰਮੇਵਾਰੀ ਕਿਸ ਦੀ ਹੈ? ਜਿਹੜੀ ਮੋਦੀ ਸਰਕਾਰ ਹੈ ਉਹਨੇ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ। ਉਹਨਾਂ ਨੇ ਕਿਸਾਨਾਂ ਤੇ ਹਰ ਤਰ੍ਹਾਂ ਦੀ ਤਸ਼ੱਦਦ ਢਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਉਹਨਾਂ ਦੇ ਰਾਹ ਰੋਕਣ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਅਧਿਕਾਰ ਮਾਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਆਪਣੇ ਹੀ ਦੇਸ਼ ਦੀ ਰਾਜਧਾਨੀ ਦੇ ਵਿੱਚ ਅੰਦਰ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਕਿਤੇ ਨਾ ਕਿਤੇ ਮੋਦੀ ਸਰਕਾਰ ਇਹ ਸੋਚੀ ਬੈਠੀ ਸੀ, ਆਪਣੇ ਪਿਛਲੇ ਜਿੰਨੇ ਵੀ ਇਹ ਕਾਰੇ ਕਰ ਚੁੱਕੇ ਨੇ ਉਹਨਾਂ ਤੋਂ ਇਹਨਾਂ ਨੂੰ ਲੱਗਦਾ ਸੀ ਕਿ ਇਹ ਇੱਕ ਤਾਨਾਸ਼ਾਹ ਵਾਂਗੂ ਜਿਹੜੇ ਮਰਜ਼ੀ ਸੂਬੇ ਤੇ ਜਾ ਕੇ ਕੋਈ ਵੀ ਐਕਟ ਜਾਂ ਕੋਈ ਵੀ ਆਪਣੀ ਪਾਲਿਸੀਜ਼ ਲਾਗੂ ਕਰਕੇ ਉੱਥੇ ਦੇ ਲੋਕਾਂ ਨੂੰ ਦਬਾ ਸਕਦੇ ਨੇ। ਪਰ ਐਤਕੀ ਸ਼ਾਇਦ ਇਹਨਾਂ ਨੂੰ ਨਹੀਂ ਸੀ ਪਤਾ ਕਿ ਇਹਨਾਂ ਦਾ ਮੱਥਾ ਕਿਹਨਾਂ ਨਾਲ ਲੱਗ ਰਿਹਾ। ਇਹਨਾਂ ਨੇ ਮੱਥਾ ਲਾਇਆ ਪੰਜਾਬ ਨਾਲ, ਤੇ ਪੰਜਾਬ ਨੇ ਇੱਕ ਇਹੋ ਜਿਹਾ ਜਵਾਬ ਦਿੱਤਾ ਜੋ ਬਹੁਤ ਜ਼ਰੂਰੀ ਸੀ। ਅੱਜ ਕਿਤੇ ਨਾ ਕਿਤੇ ਅੱਜ ਪੂਰੇ ਦੇਸ਼ ਤੇ ਪੂਰੇ ਦੁਨੀਆ ਦੇ ਵਿੱਚ ਇੱਕ ਆਵਾਜ਼ ਜਾ ਚੁੱਕੀ ਹੈ ਕਿ ਪੰਜਾਬ ਹਜੇ ਜਿਉਂਦਾ। ਪੰਜਾਬ ਨਾਲ ਧੱਕਾ ਕਰਨਾ ਆਸਾਨ ਨਹੀਂ ਹੈਗਾ, ਪਰ ਸਾਨੂੰ ਕਿਤੇ ਨਾ ਕਿਤੇ ਕਈ ਚੀਜ਼ਾਂ ਤੇ ਬਹੁਤ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ, ਜਿਹਦੋਂ ਵਿੱਚੋਂ ਇੱਕ ਸਭ ਤੋਂ ਵੱਡਾ ਫੈਕਟਰ ਇਹ ਹੈ ਕਿ ਸਾਡੀ ਜਿਹੜੀ ਮੌਜੂਦਾ ਕਾਂਗਰਸ ਦੀ ਸਰਕਾਰ ਹੈ ਉਹਨਾਂ ਦਾ ਇਸ ਸਾਰੇ ਪੂਰੇ ਸਿਸਟਮ ਦੇ ਵਿੱਚ ਕੀ ਰੋਲ ਰਿਹਾ ਹੈ। ਕੈਪਟਨ ਅਮਰਿੰਦਰ ਘੜੀ ਘੜੀ ਲੋਕਾਂ ਤੇ ਸਵਾਲ ਚੱਕਦੇ ਨੇ, ਸਾਰਿਆਂ ਤੇ ਗੱਲਾਂ ਕਰਦੇ ਨੇ, ਪਰ ਆਪਾਂ ਨੂੰ ਇਹ ਅਸੈਸ ਕਰਨ ਦੀ ਜ਼ਰੂਰਤ ਹੈ ਕਿ ਕਾਂਗਰਸ ਸਰਕਾਰ ਦਾ ਆਪ ਦਾ ਇਸ ਸਾਰੀ ਚੀਜ਼ ਦੇ ਵਿੱਚ ਕੀ ਰੋਲ ਰਿਹਾ। ਤਾਂ ਉਸੇ ਚੀਜ਼ ਬਾਰੇ ਅੱਜ ਮੈਂ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਚਾਹੁੰਦਾ, ਕੁਝ ਫੈਕਟਸ ਨੇ ਜਿਹੜੇ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ। ਤਾਂ ਸਭ ਤੋਂ ਪਹਿਲੀ ਗੱਲ ਕਿ 2018 ਦੇ ਵਿੱਚੋਂ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਐਗਰੀਕਲਚਰ ਦੇ ਵਿੱਚ ਪ੍ਰਾਈਵੇਟਾਈਜੇਸ਼ਨ ਨੂੰ ਪ੍ਰਮੋਟ ਕਰਨ ਦੀ ਗੱਲ ਕਰਦੀ ਆ ਰਹੀ ਹੈ, ਤੇ ਉੱਥੋਂ ਹੀ 2018 ਤੋਂ ਕਾਂਗਰਸ ਦੇ ਐਮਪੀ ਹੋ ਜਾਣ ਚਾਹੇ ਬੀਜੇਪੀ ਦੇ ਐਮਪੀ ਹੋ ਜਾਣ, ਉਸ ਚੀਜ਼ ਦੀ ਸ਼ਲਾਘਾ ਕਰਦੇ ਆਏ ਆ, ਉਹਦੇ ਨਾਲ ਜੁੜਦੇ ਆਏ ਆ ਤੇ ਉਸ ਨੂੰ ਪ੍ਰਮੋਟ ਕਰਦੇ ਆਏ ਆ। ਤਾਂ ਸਭ ਤੋਂ ਪਹਿਲਾਂ ਤਾਂ ਕੈਪਟਨ ਅਮਰਿੰਦਰ ਆਪਣੇ ਨੈਸ਼ਨਲ ਲੀਡਰਸ ਨਾਲ ਗੱਲ ਕਰਨ ਜਿਹੜੇ ਪ੍ਰਾਈਵੇਟਾਈਜੇਸ਼ਨ ਦੀ ਗੱਲ ਕਰਦੇ ਸੀ। 2019 ਦਾ ਜਦੋਂ ਮੈਨੀਫੈਸਟੋ ਕੱਢਿਆ ਗਿਆ ਲੋਕ ਸਭਾ ਵੇਲੇ, ਉਦੋਂ ਵੀ ਇਹ ਪ੍ਰਾਈਵੇਟਾਈਜੇਸ਼ਨ ਦੀ ਗੱਲ ਉਹਨਾਂ ਦੇ ਮੈਨੀਫੈਸਟੋ ਦੇ ਵਿੱਚ ਵੀ ਜ਼ਿਕਰ ਆਇਆ। ਤਾਂ ਕੈਪਟਨ ਸਾਹਿਬ ਜਿਹੜੇ ਪਹਿਲੇ ਸਵਾਲ ਤੁਸੀਂ ਲੋਕਾਂ ਨੂੰ ਤਾਕਦੇ ਹੋ ਜਾਂ ਕਿਸੇ ਹੋਰ ਬੰਦੇ ਨੂੰ ਤਾਕਦੇ ਹੋ, ਸਭ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ ਤਾਕੋ ਕਿ ਇਹ ਤੁਸੀਂ ਕੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਉਸ ਤੋਂ ਬਾਅਦ ਹੁਣ ਤੱਕ ਤਾਂ ਚਲੋ ਇਹਨਾਂ ਦੇ ਨੈਸ਼ਨਲ ਲੀਡਰਾਂ ਦੀ ਗੱਲ ਸੀ, ਹੁਣ ਆਪਾਂ ਕਾਰਜਸ਼ਾਲੀ ਦੀ ਗੱਲ ਕਰਦੇ ਹਾਂ ਪੰਜਾਬ ਸਰਕਾਰ ਦੀ। ਜੁਲਾਈ 2019 ਦੇ ਵਿੱਚ ਇੱਕ ਹਾਈ ਪਾਵਰ ਕਮੇਟੀ ਬਣਾਈ ਜਾਂਦੀ ਹੈ ਮੋਦੀ ਸਰਕਾਰ ਵੱਲੋਂ। ਇਹ ਵਾਲੇ ਜਿਹੜੇ ਕਾਲੇ ਕਾਨੂੰਨ ਇਹਨਾਂ ਨੇ ਹੁਣ ਪਾਸ ਕੀਤੇ ਨੇ, ਇਹਨਾਂ ਨੂੰ ਆਪਣਾ ਪਾਸ ਕਰਾਉਣ ਵਾਸਤੇ ਜਾਂ ਇਹਨਾਂ ਤੇ ਵਿਚਾਰ ਕਰਨ ਵਾਸਤੇ ਉਹਨਾਂ ਨੇ ਇੱਕ ਹਾਈ ਪਾਵਰ ਕਮੇਟੀ ਬਣਾਈ, ਜਿਹਦੇ ਵਿੱਚ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਇਨਕਲੂਡ ਕੀਤਾ ਗਿਆ। ਸਭ ਤੋਂ ਪਹਿਲੀ ਚਾਲ ਜਿਹੜੀ ਮੋਦੀ ਸਰਕਾਰ ਨੇ ਗੰਦੀ ਚਾਲ ਚੱਲੀ ਕਿ ਉਹਨਾਂ ਨੇ ਇਹਦੀ ਜਿਹੜੀ ਕੋਰ ਕਮੇਟੀ ਬਣਾਈ ਉਹਦੇ ਵਿੱਚ ਪੰਜਾਬ ਸਰਕਾਰ ਨੂੰ ਇਨਵੋਲਵ ਨਾ ਕਰਨ ਦੀ ਕੋਸ਼ਿਸ਼ ਕੀਤੀ, ਤੇ ਪਹਿਲੇ 9 ਮੈਂਬਰਾਂ ਦੇ ਵਿੱਚ ਇਹਨਾਂ ਦਾ ਨਾਂ ਨਹੀਂ ਪਾਇਆ। ਪੰਜਾਬ ਸਭ ਤੋਂ ਵੱਡਾ ਖੇਤੀ ਸੂਬਾ, ਤੇ ਉਸ ਦਾ ਉਸ ਹਾਈ ਪਾਵਰ ਕਮੇਟੀ ਦੇ ਵਿੱਚ ਨਾਮ ਨਾ ਹੋਣਾ। ਪਰ ਜਿਹੜੀ ਸਾਡੀ ਮੌਕੇ ਦੀ ਸਰਕਾਰ ਸੀ ਇਹਨਾਂ ਤੋਂ ਉਹ ਵੀ ਆਵਾਜ਼ ਨਾ ਚੱਕੀ ਗਈ। ਜਦੋਂ ਕੁਛ ਬੁੱਧੀਜੀਵਿਕ ਲੋਕਾਂ ਨੇ ਇਸ ਚੀਜ਼ ਤੇ ਆਵਾਜ਼ ਚੱਕੀ ਤਾਂ ਔਖੇ ਸੌਖੇ ਪੰਜਾਬ ਨੂੰ ਉਸ ਮੀਟਿੰਗ ਦੇ ਅੰਦਰ ਐਂਟਰੀ ਮਿਲੀ। ਜਦੋਂ ਐਂਟਰੀ ਮਿਲੀ ਤਾਂ ਪਹਿਲੀ ਮੀਟਿੰਗ ਅਗਸਤ 16 2019 ਨੂੰ ਸੱਦੀ ਗਈ ਮੁੰਬਈ ਦੇ ਵਿੱਚ, ਤਾਂ ਉੱਥੇ ਸਾਰੇ ਸੀਐਮ ਬੁਲਾਏ ਗਏ, ਪਰ ਸਾਡੇ ਸੀਐਮ ਸਾਹਿਬ ਨਿਕਲਦੇ ਕਿੱਥੋਂ ਹੈ? ਇਹ ਆਪਣੇ ਫਾਰਮ ਹਾਊਸ 'ਚੋਂ ਹੀ ਨਹੀਂ ਵਿਹਲੇ ਹੁੰਦੇ। ਇਹਨਾਂ ਨੇ ਉੱਥੇ ਨਾ ਜਾਣਾ ਕਬੂਲ ਕੀਤਾ। ਆਪਣੀ ਪ੍ਰੌਕਸੀ ਲਾਉਣ ਵਾਸਤੇ ਫਾਈਨੈਂਸ ਮਿਨਿਸਟਰ ਮਨਪ੍ਰੀਤ ਬਾਦਲ ਜੀ ਨੂੰ ਉੱਥੇ ਭੇਜਿਆ ਗਿਆ। ਇਸ ਚੀਜ਼ ਦੀ ਪੁਸ਼ਟੀ ਮਨਪ੍ਰੀਤ ਬਾਦਲ ਜੀ ਦਾ ਇਹ 17 ਅਗਸਤ ਦਾ ਇਹ ਫੇਸਬੁੱਕ ਦਾ ਉਹਨਾਂ ਦਾ ਪੋਸਟ ਹੈਗਾ, ਜਿਹਦੇ ਵਿੱਚ ਉਹ ਕਬੂਲ ਕਰ ਰਹੇ ਨੇ ਕਿ ਉਹ ਹਾਈ ਪਾਵਰ ਜਿਹੜੀ ਕਮੇਟੀ ਬਣੀ ਹੈ
ਉਹਦੇ ਵਿੱਚ ਸ਼ਮੂਲੀਅਤ ਕਰਨ, ਪੰਜਾਬ ਨੂੰ ਰੀਪ੍ਰਜੈਂਟ ਕਰਨ ਗਏ ਤੇ ਉੱਥੇ ਇਹ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਇਹ ਮਹਾਰਾਸ਼ਟਰ ਦੇ ਸੀਐਮ ਜਿਹੜੇ ਉਸ ਕਮੇਟੀ ਦੇ ਚੇਅਰਮੈਨ ਸੀ ਉਹਨਾਂ ਨੂੰ ਗੁਲਦਸਤਾ ਪੇਸ਼ ਕਰ ਰਹੇ ਨੇ। ਤਾਂ ਉੱਥੇ ਮਨਪ੍ਰੀਤ ਬਾਦਲ ਜੀ ਗੁਲਦਸਤਾ ਵੀ ਦੇ ਕੇ ਆਏ ਤੇ ਜਿਹੜੀ ਉਹ ਭਾਸ਼ਾ 'ਚ ਕਹਿੰਦੇ ਹੁੰਦੇ ਆ ਤਾਂ ਸ਼ਾਇਦ ਗੁਫ਼ਤਗੂ ਵੀ ਕਰਕੇ ਆਏ, ਪਰ ਜਿਹੜੀ ਗੱਲ ਕਰਨ ਵਾਲੀ ਸੀ ਕੀ ਉਹ ਕੀਤੀ। ਇਹਨਾਂ ਨੇ ਉੱਥੇ ਜਾ ਕੇ ਕੀ ਪਿਛਲੇ ਨੋਟਸ ਮੰਗੇ ਕਿ ਹੁਣ ਤੱਕ ਤੁਸੀਂ ਕੀ ਡਿਸਕਸ ਕੀਤਾ ਹੈ, ਕੀ ਪਾਲਿਸੀ ਬਣਾਈ ਹੈ, ਤਾਂ ਹੀ ਅਸੀਂ ਆਪਣੇ ਪੰਜਾਬ ਦਾ ਇਨਪੁਟ ਉਸ ਚੀਜ਼ ਤੇ ਦੇਵਾਂਗੇ। ਇਹਨਾਂ ਨੇ ਇਹੋ ਜਿਹੀ ਕੋਈ ਗੱਲ ਨਹੀਂ ਕੀਤੀ। ਵਾਪਸ ਆ ਕੇ ਫਾਈਨੈਂਸ ਮਿਨਿਸਟਰ ਨੇ ਇਸ ਗੱਲ ਤੇ ਸੀਐਮ ਨੂੰ ਰਿਪੋਰਟ ਕਰਨਾ ਹੁੰਦਾ। ਚਲੋ ਇਹਨਾਂ ਨੇ ਸੀਐਮ ਨੂੰ ਰਿਪੋਰਟ ਕੀਤੀ, ਪਰ ਇਹਨਾਂ ਨੇ ਇਹ ਗੱਲ ਆਪਣੇ ਹੀ ਢਿੱਡ 'ਚ ਲੁਕੋ ਲਈ, ਜਦ ਕਿ ਇਹਨਾਂ ਨੂੰ ਪਤਾ ਲੱਗ ਚੁੱਕਾ ਸੀ ਕਿ ਐਸੇ ਭਾਰੀ ਤੇ ਕਾਲੇ ਕਾਨੂੰਨ ਮੋਦੀ ਸਰਕਾਰ ਲੈ ਕੇ ਆਉਣਾ ਚਾਹ ਰਹੀ ਹੈ। ਇਹਨਾਂ ਨੇ ਉਸ ਤੇ ਕੋਈ ਹੱਲਾ ਬੋਲ ਨਹੀਂ ਕੀਤਾ, ਕੋਈ ਜੱਗ ਜਾਗਰ ਨਹੀਂ ਕੀਤੀ। ਇਹਨਾਂ ਨੇ ਨਾ ਕੋਈ ਕਿਸਾਨ ਜਥੇਬੰਦੀਆਂ ਨਾਲ ਗੱਲ ਕੀਤੀ, ਨਾ ਇਹਨਾਂ ਨੇ ਕਿਸੇ ਬਾਕੀ ਪਾਰਟੀਆਂ ਨੂੰ ਦੱਸਣਾ ਠੀਕ ਸਮਝਿਆ। ਇਹ ਆਪਣੇ ਅੰਦਰ ਹੀ ਇਹ ਗੱਲ ਨੂੰ ਲੁਕੋ ਗਏ। ਉਹਦਾ ਕੀ ਕਾਰਨ ਸੀ? ਜੇ ਇਹ ਆਵਾਜ਼ ਉਸੇ ਵੇਲੇ ਰੋਕ ਦਿੱਤੀ ਜਾਂਦੀ ਤਾਂ ਸ਼ਾਇਦ ਅੱਜ ਇਹ ਕਾਨੂੰਨਾਂ ਤੇ ਰਾਸ਼ਟਰਪਤੀ ਦੇ ਸਾਈਨ ਨਾ ਹੁੰਦੇ। ਪਰ ਜਿਹੜਾ ਇਹਨਾਂ ਨੇ ਇਹ ਆਵਾਜ਼ ਨਹੀਂ ਚੱਕੀ, ਇਹਦਾ ਕੀ ਕਾਰਨ ਸੀ ਇਹ ਕੈਪਟਨ ਸਾਹਿਬ ਖੁਦ ਬਿਹਤਰ ਜਾਣ ਸਕਦੇ ਆ ਜਾਂ ਉਹੀ ਦੱਸ ਸਕਦੇ ਆ। ਹੁਣ ਜਦੋਂ ਕਿ ਇਹਨਾਂ ਨੂੰ ਪਤਾ ਸੀਗਾ ਕਿ ਸੈਂਟਰ ਇਹੋ ਜਿਹੇ ਲਾਜ਼ ਲੈ ਕੇ ਆਉਣ ਵਾਲਾ, ਤਾਂ 2020 ਜਨਵਰੀ ਦੇ ਵਿੱਚ ਇਹ ਹੁਣ ਗਜ਼ਟ ਜਿਹੜੇ ਦਿਖਾਉਂਦੇ ਆ ਨੋਟੀਫਿਕੇਸ਼ਨਾਂ, ਆ ਮੈਂ ਇੱਕ ਨੋਟੀਫਿਕੇਸ਼ਨ ਤੁਹਾਨੂੰ ਦਿਖਾ ਰਿਹਾ ਜੀ। ਇਹ ਜਨਵਰੀ 2020 ਦੀ ਨੋਟੀਫਿਕੇਸ਼ਨ ਹੈ ਪੰਜਾਬ ਸਰਕਾਰ ਦੀ। ਇਹਨਾਂ ਨੇ ਵੀ ਇਹ ਜਿਹੜੇ ਕਹਿੰਦੇ ਆ ਗੱਲਾਂ ਕਿ ਅਸੀਂ ਨੋਟੀਫਿਕੇਸ਼ਨਾਂ ਨਹੀਂ ਕਰਦੇ, ਇਹਨਾਂ ਤੋਂ ਆ ਧਿਆਨ ਨਾਲ ਵੇਖ ਲਓ ਕਿ ਇਹਨਾਂ ਨੇ ਇਹ ਨੋਟੀਫਿਕੇਸ਼ਨ ਜਾਰੀ ਕੀਤੀ ਹੈ, ਜਿਹਦੇ ਵਿੱਚ ਇਹਨਾਂ ਨੇ ਵੀ ਉਹੀ ਜਿਹੜੇ ਕਾਲੇ ਕਾਨੂੰਨ ਨੇ ਉਹ ਇੰਪਲੀਮੈਂਟ ਕੀਤੇ ਨੇ। ਕਿਹਨਾਂ ਉੱਤੇ? ਫਲਾਂ ਉੱਤੇ, ਫੁੱਲਾਂ ਉੱਤੇ, ਲੱਕੜ ਉੱਤੇ ਤੇ ਹੋਰ ਕਈ ਪਦਾਰਥਾਂ ਉੱਤੇ। ਤਾਂ ਇਹਨਾਂ ਨੇ ਵੀ ਓਪਨ ਮੰਡੀ ਦਾ ਕੰਸੈਪਟ, ਸਪੈਸ਼ਲ ਮੰਡੀ ਦਾ ਕੰਸੈਪਟ, ਉਹ ਸਾਰੀਆਂ ਚੀਜ਼ਾਂ ਨੋਟੀਫਿਕੇਸ਼ਨ ਕਰਕੇ ਪਿਛਲੇ ਸਾਲ ਜਾਰੀ ਕੀਤੀਆਂ। ਤਾਂ ਕਿਤੇ ਨਾ ਕਿਤੇ ਇਹਨਾਂ ਦਾ ਵੀ ਇਹ ਸਟੈਪ ਸੀ ਕਿ ਉਹ ਵਾਲੇ ਕਾਨੂੰਨਾਂ ਨੂੰ ਮੋਦੀ ਦੇ ਲਿਆਉਣ ਤੋਂ ਪਹਿਲਾਂ ਵੀ ਕਿ ਕੈਪਟਨ ਸਾਹਿਬ 2020 ਦੀ ਜਨਵਰੀ ਦੇ ਵਿੱਚ ਇਹ ਨੋਟੀਫਿਕੇਸ਼ਨ ਕੱਢ ਚੁੱਕੇ ਨੇ। ਹੁਣ ਇਹ ਉੱਥੇ ਵੀ ਨਹੀਂ ਬੋਲੇ। ਜਦੋਂ ਅਗਲਾ ਪ੍ਰੋਟੈਸਟ ਸ਼ੁਰੂ ਹੋ ਗਿਆ, ਲੋਕਾਂ ਦੇ ਵਿੱਚ ਗੱਲ ਆ ਗਈ, ਕਿਸਾਨਾਂ ਨੇ ਪ੍ਰੋਟੈਸਟ ਸੜਕਾਂ ਤੇ ਲੈ ਆਉਂਦਾ, ਤਾਂ ਇਹ ਟਾਈਮ ਐਂਡ ਅਗੇਨ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਮੈਂ ਇਸ ਪ੍ਰੋਟੈਸਟ ਨੂੰ ਕਿਵੇਂ ਠੱਲ ਪਾਵਾਂ। ਇਹਨਾਂ ਨੇ ਪਹਿਲਾਂ ਤਾਂ ਕੈਬਨਿਟ ਇੱਕ ਆਲ ਪਾਰਟੀ ਮੀਟਿੰਗ ਬੁਲਾ ਕੇ ਸਕਾਈਪ ਤੇ ਕੋਵਿਡ ਦਾ ਬਹਾਨਾ ਲਾ ਕੇ ਤੇ ਮੀਟਿੰਗ ਬੁਲਾ ਕੇ ਇਹ ਗੱਲ ਕਹੀ ਕਿ ਮੈਂ ਇੱਕ ਪੂਰੀ ਡੈਲੀਗੇਸ਼ਨ ਲੈ ਕੇ ਪ੍ਰਾਈਮ ਮਿਨਿਸਟਰ ਨੂੰ ਮਿਲਣ ਜਾਊਂਗਾ। ਟਾਈਮ ਐਂਡ ਅਗੇਨ ਸਾਡੀ ਪਾਰਟੀ ਦੇ ਨੁਮਾਇੰਦੇ ਇਹਨਾਂ ਨੂੰ ਕਹਿੰਦੇ ਰਹੇ ਕਿ ਜੀ ਲੈ ਕੇ ਚੱਲੋ, ਆਪਾਂ ਗੱਲ ਕਰਨੀ ਹੈ, ਮੋਦੀ ਨਾਲ ਗੱਲ ਕਰਨੀ ਹੈ, ਪਰ ਇਹ ਬੰਦੇ ਦੇ ਕੋਈ ਜੂ ਨਹੀਂ ਸਰਕੀ। ਇਹਨਾਂ ਨੇ ਕੋਈ ਡੈਲੀਗੇਸ਼ਨ ਨਹੀਂ ਲੈ ਕੇ ਗਏ, ਇਹਨਾਂ ਨੇ ਉਸ ਚੀਜ਼ ਨੂੰ ਠੰਡੇ ਬਸਤੇ ਪਾਇਆ। ਫਿਰ ਇੱਕਦਮ ਜਦੋਂ ਕਿਸਾਨ ਸੰਘਰਸ਼ ਵੱਡਾ ਹੋ ਗਿਆ, ਇਹਨਾਂ ਨੂੰ ਲੱਗਿਆ ਕਿ ਹੁਣ ਆਪਾਂ ਆਪਣੀ ਪਾਰਟੀਸਪੇਸ਼ਨ ਦਿਖਾਈਏ। ਫਿਰ ਇਹਨਾਂ ਨੇ ਜੀ ਉਹ ਸੋਫਿਆਂ ਵਾਲੇ ਟਰੈਕਟਰ ਕੱਢ ਲਏ, ਜਦ ਕਿ ਜਿਹੜੇ ਕਾਨੂੰਨ ਨੇ ਉਹ ਵਾਪਸ ਹੋਣੇ ਨੇ ਕਿੱਥੋਂ? ਉਹ ਹੋਣੇ ਨੇ ਮੋਦੀ ਸਰਕਾਰ ਤੋਂ, ਦਿੱਲੀ ਦੇ ਵਿੱਚ। ਇਹ ਇੱਥੇ ਪ੍ਰੋਟੈਸਟ ਆਪਣੀਆਂ ਰੈਲੀਆਂ ਕਰਨ ਲੱਗ ਗਏ। ਮੁੜ ਕੇ ਜਦੋਂ ਆਮ ਆਦਮੀ ਪਾਰਟੀ ਨੇ ਜੰਤਰ ਮੰਤਰ ਤੇ ਜਾ ਕੇ ਆਵਾਜ਼ ਉਠਾਈ, ਉਹਨਾਂ ਨੇ ਆਪਣੀ ਪੂਰੀ ਨੈਸ਼ਨਲ ਲੀਡਰਸ਼ਿਪ ਤੇ ਸਟੇਟ ਲੀਡਰਸ਼ਿਪ ਨਾਲ ਉੱਥੇ ਮੋਦੀ ਦੇ ਖਿਲਾਫ ਆਵਾਜ਼ ਬੁਲੰਦ ਕੀਤੀ, ਕਿਉਂਕਿ ਉਹ ਜਾਣਦੇ ਆ ਕਿ ਇਹ ਕਾਨੂੰਨਾਂ ਨੂੰ ਕੌਣ ਵਾਪਸ ਕਰ ਸਕਦਾ ਹੈ, ਕੌਣ ਰੱਦ ਕਰ ਸਕਦਾ ਹੈ, ਕੌਣ ਇਹਨਾਂ ਦੇ ਵਿੱਚ ਫੈਸਲਾ ਲੈ ਸਕਦਾ। ਉਹਦੇ ਦਰਵਾਜ਼ੇ ਤੇ ਜਾ ਕੇ ਗੱਲ ਕਰਨ ਦਾ ਫਾਇਦਾ ਸੀ। ਤਾਂ ਉਹਨਾਂ ਨੇ ਉੱਥੇ ਦਿੱਲੀ ਜਾ ਕੇ ਪ੍ਰੋਟੈਸਟ ਕੀਤਾ। ਫਿਰ ਉਸ ਦਾ ਦੇਖੀ ਇਹਨਾਂ ਨੇ ਆਪ ਦਾ ਦਿੱਲੀ ਪ੍ਰੋਟੈਸਟ ਰੱਖ ਲਿਆ ਕਾਂਗਰਸ ਵਾਲਿਆਂ ਨੇ। ਪਰ ਦੁੱਖ ਦੀ ਗੱਲ ਇਹ ਹੈ, ਇਹਨਾਂ ਦਾ ਕੋਈ ਵੀ ਨੈਸ਼ਨਲ ਲੀਡਰ, ਰਾਹੁਲ ਗਾਂਧੀ, ਸੋਨੀਆ ਗਾਂਧੀ ਜਾਂ ਹੋਰ ਕੋਈ ਵੀ ਵੱਡਾ ਨੇਤਾ ਦਿੱਲੀ 'ਚ ਹੁੰਦੇ ਹੋਏ ਉਸ ਪ੍ਰੋਟੈਸਟ ਦੇ ਵਿੱਚ ਨਹੀਂ ਆਇਆ। ਕਿਉਂ? ਕਿਹੜੀ ਗੱਲ ਤੋਂ? ਕੀ ਸੇਫ ਖੇਡਣ ਦੀ ਕੋਸ਼ਿਸ਼ ਕਰ ਰਹੇ ਨੇ? ਇਹਨਾਂ ਦੀ ਨਾ ਤਾਂ ਕਦੇ ਨੀਅਤ ਸੀਗੀ ਕਿਸਾਨਾਂ ਵਾਸਤੇ ਕੁਝ ਕਰਨ ਦੀ। ਦੂਸਰੀ ਗੱਲ, ਜਦੋਂ ਆਪਣੇ ਫਾਰਮਰਸ ਨੇ ਇਹਨਾਂ ਦੀਆਂ ਰੇਲਵੇ ਟਰੈਕਾਂ ਰੋਕੀਆਂ ਤਾਂ ਕੋਲੇ ਦਾ ਇਹਨਾਂ ਨੇ ਸੰਬੋਧਨ ਦੇ ਕੇ ਉਹਨਾਂ ਨੂੰ ਉੱਥੋਂ ਵੀ ਹਟਾਉਣ ਵਾਸਤੇ ਬੇਨਤੀ ਕੀਤੀ। ਹੁਣ ਜਦੋਂ ਕਿਸਾਨ ਭਰਾ ਇੰਨੀ ਤਸ਼ੱਦਦ ਸਹਿ ਕੇ ਉੱਥੇ ਪਹੁੰਚ ਗਏ, ਦਿੱਲੀ ਪਹੁੰਚ ਗਏ ਆਪਣੀ ਆਵਾਜ਼ ਲੈ ਕੇ, ਤਾਂ ਇਹ ਉਹਨਾਂ ਨੂੰ ਕਹਿੰਦੇ ਆ ਕਿ ਜਾ ਕੇ ਬਰਾਰੀ ਗਰਾਊਂਡ 'ਚ ਬੈਠ ਜਾਓ, ਜਿਵੇਂ ਅਮਿਤ ਸ਼ਾਹ ਕਹਿੰਦੇ ਆ ਉਵੇਂ ਕਰ ਲਓ। ਤਾਂ ਇਹਨਾਂ ਪਿੱਛੇ ਆਪਾਂ ਇਹ ਚੀਜ਼ ਵੇਖੀਏ ਕਿ ਜਿਹੜੀ ਮੋਦੀ ਸਰਕਾਰ ਆ ਉਹ ਤਾਂ ਬਗਾਨੀ ਹੈ ਦਿੱਲੀ। ਉਹਨਾਂ ਨੇ ਤਾਂ ਸਾਡੇ ਤੇ ਤਸ਼ੱਦਦ ਢਾਈ ਆ, ਪਰ ਜਿਹੜਾ ਸਾਡਾ ਮੌਕੇ ਦਾ ਚੀਫ ਮਿਨਿਸਟਰ ਹੈ, ਆਪਾਂ ਗੱਲ ਛੱਡ ਦਈਏ ਕਾਂਗਰਸੀਆਂ ਦੀ, ਅਕਾਲੀਆਂ ਦੀ ਤੇ ਆਮ ਆਦਮੀ ਪਾਰਟੀ ਨੂੰ ਪਿੱਛੇ ਰੱਖੀਏ। ਚੀਫ ਮਿਨਿਸਟਰ ਤਾਂ ਸਾਡੇ ਸਾਰੇ ਪੰਜਾਬੀਆਂ ਦਾ ਸਾਂਝਾ ਹੈ।
ਉਹਦਾ ਕੀ ਫਰਜ਼ ਰਿਹਾ ਹੈ, ਉਹਨੇ ਕਿਹੜੇ ਬੰਦਿਆਂ ਦੇ ਤੇ ਕਿਹੜੀ ਜਥੇਬੰਦੀਆਂ ਤੇ ਕਿਹੜੇ ਕਿਸਾਨਾਂ ਦੇ ਗੱਲ ਮੂਰੇ ਹੋ ਕੇ ਰੱਖ ਲਈ, ਕਿਹੜੇ ਮੋਦੀ ਦੇ ਦਰ ਤੇ ਜਾ ਕੇ ਬੈਠ ਗਿਆ ਤੇ ਕਿਹੜੀ ਗੱਲ ਉਹਨੇ ਪਗਵਾਤੀ। ਆਪਣੇ ਮਹਿਲ 'ਚੋਂ ਬੈਠ ਕੇ ਗੱਲਾਂ ਕਰੀ ਜਾਣੀਆਂ ਤੇ ਲੋਕਾਂ ਤੇ ਸਵਾਲ ਚੱਕੀ ਜਾਣੇ ਆ। ਲੋਕ ਜਿਹੜੇ ਮਿਹਨਤ ਕਰ ਰਹੇ ਆ, ਉੱਥੇ ਸੇਵਾਦਾਰ ਬਣ ਕੇ ਕੰਮ ਕਰ ਰਹੇ ਆ, ਉਹਨਾਂ ਦੇ ਤੁਸੀਂ ਸਵਾਲ ਚੱਕਦੇ ਹੋ। ਜੇ ਇੰਨੀ ਹੋਈ ਜਾਣ, ਇੰਨੇ ਹੀ ਬਿਆਨ ਜੇ ਤੁਸੀਂ ਮੋਦੀ ਖਿਲਾਫ ਦੇ ਦਿਓ ਤਾਂ ਕਿਤੇ ਕੋਈ ਗੱਲ ਬਣ ਵੀ ਸਕਦੀ ਸੀ ਜੇ ਤੁਸੀਂ ਮੂਹਰੇ ਹੁੰਦੇ, ਪਰ ਤੁਸੀਂ ਇਹਨੂੰ ਬਿਲਕੁਲ ਠੀਕ ਨਹੀਂ ਰੱਖਿਆ। ਤੁਸੀਂ ਜਮਾਂ ਸੇਫ ਖੇਡਣ ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਨਾ ਤਾਂ ਕਿਸੇ ਕਿਸਾਨ ਜਥੇਬੰਦੀ ਦੀ ਕੋਈ ਮਦਦ ਕਰੀ ਹੈ, ਨਾ ਤੁਸੀਂ ਅੱਜ ਵੀ ਦਿੱਲੀ ਜਾ ਰਹੇ ਹੋ, ਨਾ ਤੁਹਾਡੇ ਕੋਈ ਨੇਤਾ ਜਾ ਰਹੇ ਨੇ, ਨਾ ਤੁਸੀਂ ਕੋਈ ਮੋਦੀ ਜੀ ਦੇ ਘਰ ਦੇ ਬਾਹਰ ਬੈਠ ਰਹੇ ਹੋ। ਸਗੋਂ ਤੁਸੀਂ ਕਿਸਾਨ ਜਥੇਬੰਦੀਆਂ ਨੂੰ ਕਹੀ ਜਾਂਦੇ ਹੋ ਕਿ ਸੈਂਟਰ ਦੀ ਜਿਹੜੀ ਗੱਲ ਹੈ ਉਹ ਮੰਨੋ, ਤੇ ਸਵਾਲ ਚੱਕਦੇ ਹੋ ਤੁਸੀਂ ਵੱਡੇ ਦੂਜੀਆਂ ਪਾਰਟੀਆਂ ਤੇ। ਸਵਾਲ ਚੱਕਦੇ ਹੋ ਤੁਸੀਂ ਅਰਵਿੰਦ ਕੇਜਰੀਵਾਲ ਦੀ ਸ਼ੈਲੀ ਦੇ, ਜਿਹੜਾ ਬੰਦਾ ਉੱਥੇ ਕਿਸਾਨਾਂ ਵਾਸਤੇ ਸਾਰੇ ਇੰਤਜ਼ਾਮ ਕਰ ਰਿਹਾ, ਜਿਹੜੀ ਬਣਦੀ ਮਦਦ ਆ, ਜਿੰਨੀ ਕੁ ਬਣਦੀ ਸਾਡੀ ਪਾਰਟੀ ਦੀ ਮਦਦ ਆ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਸਾਡੀ ਕਾਡਰ ਦਾ ਬੰਦਾ ਉੱਥੇ ਲੱਗਿਆ ਤੇ ਉਹ ਉੱਥੇ ਪਾਰਟੀ ਵੱਜੋਂ ਨਹੀਂ ਗਿਆ ਹੋਇਆ, ਉਹ ਪੰਜਾਬੀ ਹੋਣ ਦੇ ਨਾਤੇ ਗਏ ਹੋਏ ਆ, ਉਹ ਗਏ ਹੋਏ ਆ ਕਿਸਾਨ ਦੇ ਬੱਚੇ ਹੋਣ ਦੇ ਨਾਤੇ। ਪਰ ਤੁਸੀਂ ਆਪਦੇ ਮਹਿਲਾਂ 'ਚੋਂ ਨਿਕਲਦੇ ਨਹੀਂ ਤੇ ਬਿਆਨ ਜਾਰੀ ਕਰਦੇ ਹੋ ਤੇ ਗਲਤ ਇਨਫੋਰਮੇਸ਼ਨਾਂ ਪਾਸ ਆਨ ਕਰਦੇ ਹੋ। ਮੈਂ ਬੇਨਤੀ ਕਰਦਾ ਕਾਂਗਰਸ ਦੇ ਵਰਕਰਾਂ ਨੂੰ ਕਿ ਜਿੰਨਾ ਜ਼ੋਰ ਮੇਰੇ ਵੀਰ ਤੁਸੀਂ ਸਾਰੇ ਜਾਣੇ ਅੱਜ ਸੋਸ਼ਲ ਮੀਡੀਆ ਤੇ ਲਾਉਂਦੇ ਹੋ ਕੂੜ ਪ੍ਰਚਾਰ ਵਾਸਤੇ, ਉਹ ਭਾਈ ਇਹ ਕਿਸਾਨਾਂ ਦਾ ਪ੍ਰੋਟੈਸਟ ਹੈ, ਇਹਨੂੰ ਖਰਾਬ ਨਾ ਕਰੋ, ਇਸ ਤੇ ਰਾਜਨੀਤੀ ਨਾ ਕਰੋ। ਜੇ ਇੰਨਾ ਹੀ ਜ਼ੋਰ ਆ ਤਾਂ ਜਾ ਕੇ ਉੱਥੇ ਮਦਦ ਕਰੋ, ਜਾਓ ਉੱਥੇ ਬਾਰਡਰਾਂ ਤੇ ਬੈਠੋ ਕਿਸਾਨ ਭਰਾਵਾਂ ਨਾਲ। ਇਹੀ ਫਰਜ਼ ਹੈ, ਇਹੀ ਟਾਈਮ ਹੈ ਮੌਕੇ ਦਾ ਪੰਜਾਬ ਵਾਸਤੇ ਖੜਨਾ। ਇਹੀ ਗੱਲ ਅੱਜ ਅਰਵਿੰਦ ਕੇਜਰੀਵਾਲ ਜੀ ਨੇ ਤੁਹਾਨੂੰ ਬੇਨਤੀ ਕੀਤੀ ਹੈ ਕਿ ਭਾਈ ਇਸ ਮੁੱਦੇ ਤੇ ਰਾਜਨੀਤੀ ਨਾ ਕਰੋ। ਤੁਸੀਂ ਜੇ ਕੋਈ ਗੱਲ ਚੱਕਣੀ ਹੈ, ਆਪਾਂ ਜੇ ਸਾਰਿਆਂ ਨੂੰ ਜ਼ੋਰ ਲਾਣਾ ਪੈਣਾ ਤਾਂ ਸੈਂਟਰ ਦੀ ਸਰਕਾਰ ਤੇ ਲਾਣਾ ਪੈਣਾ। ਫਿਰ ਧਿਆਨ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੋ, ਭਟਕਾਉਣ ਦੀ ਕੋਸ਼ਿਸ਼ ਨਾ ਕਰੋ। ਪੰਜਾਬੀਓ ਇਹ ਆਪਾਂ ਨੂੰ ਸਮਝਣਾ ਪੈਣਾ ਕਿ ਇਹ ਜੇ ਮੌਕੇ ਦਾ ਸੀਐਮ ਸਾਡਾ ਆਵਾਜ਼ ਚੱਕਣ ਵਾਲਾ ਹੁੰਦਾ, ਜੁਰਤ ਵਾਲਾ ਹੁੰਦਾ, ਦਮ ਵਾਲਾ ਹੁੰਦਾ, ਗੱਲ ਰੱਖਣ ਵਾਲਾ ਹੁੰਦਾ। ਉਹ ਬਹੁਤ ਕਹਿੰਦੇ ਆ ਕਿ ਧਾਕੜ ਲੀਡਰ ਨੇ, ਤਾਂ ਕਿੱਥੇ ਗਿਆ ਇਹਨਾਂ ਦਾ ਧਾਕੜਪਣਾ। ਮੋਦੀ ਸਰਕਾਰ ਨੇ ਸਰੇਆਮ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਸਾਡੇ ਸੀਐਮ ਨੇ ਕਿਵੇਂ ਡਿਫੈਂਡ ਕੀਤਾ ਉਹਨੂੰ, ਕੀ ਕੀਤਾ ਹੁਣ ਤੱਕ? ਇਹ ਚੀਜ਼ਾਂ ਦੇ ਜਵਾਬ ਮੰਗੋ ਸੀਐਮ ਤੋਂ। ਤੇ ਉਹਨੂੰ ਮੈਂ ਹਜੇ ਵੀ ਇਹਨਾਂ ਨੂੰ ਬੇਨਤੀ ਕਰਦਾ ਕਿ ਆਹ ਰਾਜਨੀਤੀ ਜੀ ਛੱਡ ਕੇ ਕਿਸਾਨਾਂ ਦੇ ਪ੍ਰੋਟੈਸਟ 'ਚ ਜਾਓ, ਉਹਨਾਂ ਨਾਲ ਬੈਠੋ। ਤੁਹਾਡੇ ਵਿੱਤ ਮੰਤਰੀ ਜੀ ਆ ਮੀਟਿੰਗ ਦੇ ਵਿੱਚ ਮੈਂਬਰ ਸੀਗੇ, ਤੁਹਾਡੇ ਕੋਲ ਮੌਕਾ ਸੀ ਉੱਥੇ ਪੰਜਾਬ ਦੀ ਆਵਾਜ਼ ਬੁਲੰਦ ਕਰਨ ਦੀ, ਤੁਸੀਂ ਕੋਈ ਆਵਾਜ਼ ਬੁਲੰਦ ਨਹੀਂ ਕੀਤੀ। ਤੁਹਾਡੇ ਕੋਲ 4-5 ਮੌਕੇ ਆਏ ਇਸ ਚੀਜ਼ ਨੂੰ ਰੱਖਣ ਦੇ, ਬਟ ਤੁਸੀਂ ਕੁਝ ਨਹੀਂ ਕੀਤਾ। ਅੱਜ ਆਪਣੀ ਨਾਕਾਮਯਾਬੀ ਛੁਪਾਉਣ ਦੀ ਕੋਸ਼ਿਸ਼ ਨਾ ਕਰੋ। ਤਾਂ ਜੇ ਕੁਝ ਕਰਨਾ ਹੈ ਤਾਂ ਪੰਜਾਬ ਵਾਸਤੇ ਕਰੋ, ਮੋਦੀ ਨਾਲ ਗੱਲ ਕਰੋ, ਨਿਕਲੋ ਆਪਣੇ ਮਹਿਲ 'ਚੋਂ, ਜਾ ਕੇ ਉੱਥੇ ਬੈਠੋ ਸੜਕਾਂ ਤੇ, ਉਹਨਾਂ ਨਾਲ ਗੱਲ ਕਰੋ, ਮੋਦੀ ਦੇ ਘਰ ਦੇ ਬਾਹਰ ਜਾ ਕੇ ਬੈਠੋ ਕਿ ਭਾਈ ਇਹ ਕਿਵੇਂ ਨਹੀਂ ਵਾਪਸ ਲੈਂਦਾ। ਹਾਂ, ਦੂਜੀ ਗੱਲ ਇਹ ਹੈ ਕਿ ਜੇ ਤੁਹਾਡੇ ਮੁੰਡੇ ਤੇ ਏਡੀ ਦਾ ਕੇਸ ਚੱਲਦਾ, ਜੇ ਉਹ ਤੋਂ ਡਰ ਲੱਗਦਾ ਫਿਰ ਗੱਲ ਵੱਖਰੀ ਹੈ। ਬਸ ਇੰਨੀ ਹੋਈ ਗੱਲ ਕਹਿਣੀ ਸੀ। ਧੰਨਵਾਦ। आप सबको नमस्कार, सत श्री अकाल। आज पूरा देश देख रहा है, हमारे देश का किसान कड़ी ठंड में रात को आसमान के नीचे खुली सड़क पे सो रहा है। ये सोच के सारी रात नींद नहीं आती। आज कोई भी देशभक्त ये देख के चैन की नींद नहीं सो सकता। ये लड़ाई सिर्फ हमारे किसान भाइयों की नहीं है, ये हम सब की लड़ाई है। जरा सोचिए, जो 2 वक्त की रोटी हम खाते हैं वो हमारे किसान भाइयों की मेहनत की उगाई हुई होती है। हम सबको इस लड़ाई में अपने किसान भाइयों का साथ देना है। कल पंजाब के मुख्यमंत्री ने मुझ पे आरोप लगाए कि दिल्ली में मैंने ये काले कानून पास कर दिए। इतने नाजुक मौके पे भी इस तरह की गिरी हुई राजनीति कैप्टन साहब कैसे कर सकते हैं? ये तो तीनों केंद्र के कानून हैं। जिस दिन राष्ट्रपति के इन तीनों कानूनों पे दस्तखत हुए थे, उसी दिन ये तीनों कानून पूरे देश में लागू हो गए। अब ये किसी राज्य सरकार के ऊपर नहीं है कि वो इन्हें लागू करेगी या नहीं करेगी। अगर राज्य सरकारों पे होता तो देश भर से किसान केंद्र सरकार से बात करने के लिए दिल्ली क्यों आते? वो अपने अपने राज्य के मुख्यमंत्रियों से मांग करते। ये कानून केंद्र सरकार लाई है और कोई भी राज्य सरकार इन कानूनों को ना तो रोक सकती है और ना पास कर सकती है। अब सवाल ये है कि जब कैप्टन साहब को ये बात पता है तो फिर उन्होंने मुझ पर ये झूठे आरोप क्यों लगाए? इसका एक बहुत बड़ा कारण है। जब से हमने दिल्ली के 9 स्टेडियम को जेल बनाने से रोका है,
तब से केंद्र की भाजपा सरकार मुझसे बहुत ज़्यादा नाराज़ है। केंद्र सरकार का पूरा प्लान था कि जब किसान दिल्ली आएंगे तो उन्हें इन 9 स्टेडियम में डाल देंगे। हमने स्टेडियम को जेल बनाने की इजाज़त नहीं दी, तो वो लोग अब मुझसे बहुत नाराज़ हैं। मुझे पता है कि स्टेडियम को जेल बनाने के लिए मुझ पे कितना दबाव आया था, किस किस का फ़ोन नहीं आया। लेकिन ज़िंदगी में कुछ ऐसे मौके आते हैं जब आप अपने ज़मीर की सुनते हो, नतीजे की परवाह नहीं करते। कैप्टन साहब, क्या इन्हीं लोगों का आप पे दबाव है जो आप मुझ पे झूठे आरोप लगा रहे हो, मुझे गालियां दे रहे हो, बीजेपी की बोली बोल रहे हो, बीजेपी के साथ ये दोस्ती निभा रहे हो, या कोई दबाव है क्योंकि आपके परिवार पे ईडी के केस चल रहे हैं आजकल और ईडी के नोटिस भी आ रहे हैं आजकल। कैप्टन साहब के पास ये बिल रोकने के कई मौके आए। पंजाब के लोग पूछ रहे हैं कि तब कैप्टन साहब ने इन बिलों को क्यों नहीं रोका। आज से 1.5 साल पहले 2019 में केंद्र सरकार ने ये तीनों काले कानून बनाने के लिए एक कमेटी बनाई थी। उस कमेटी में पता है कौन था? उस कमेटी में कैप्टन साहब थे। कैप्टन साहब, पंजाब के लोग आपसे पूछ रहे हैं कि आपने उस कमेटी में इन काले कानूनों को क्यों नहीं रोका। आपने कमेटी में एक बार भी इन काले कानूनों का विरोध क्यों नहीं किया। आपने बाहर आके लोगों को क्यों नहीं बताया कि केंद्र सरकार इतने खतरनाक कानून बनाने जा रही है। कैप्टन साहब, आपके पास 1 नहीं, 2 नहीं, 3 नहीं, इतने मौके आए जब आप इन बिलों को रोक सकते थे। आज पंजाब का किसान आपसे पूछ रहा है कि आपने ये बिल क्यों नहीं रोके। आज दिल्ली की सरहद पे पंजाब का किसान है और देश की सरहद पे उसी किसान का बेटा पंजाब का जवान है। अभी कुछ दिन पहले पंजाब के एक किसान सरदार कुलवंत सिंह जी दिल्ली की सरहद पे बैठे हुए थे और खबर आई कि उनका 22 साल का जवान बेटा सुखबीर सिंह बॉर्डर पे देश के लिए शहीद हो गया। इस सब के बीच जब कुछ लोग आए दिन किसानों को आतंकवादी बुलाते हैं, देशद्रोही कहते हैं, तो मैं सोचता हूं कि बॉर्डर पर उन जवानों पर क्या बीतती होगी जिनके किसान माँ बाप को आतंकवादी कहा जा रहा है। आज हम सबको तय करना होगा कि हम देश के किसानों के साथ हैं या उन्हें आतंकवादी कहने वालों के साथ हैं। मेरी सभी देशवासियों से अपील है कि हर देशभक्त किसानों का साथ दे। मेरी सभी आम आदमी पार्टी के लोगों से अपील है, कोई राजनीति नहीं करनी, सभी पार्टियों के लोगों के साथ मिलके भारतीय बनके किसानों की सेवा करनी है। राजनीति करने को पूरी जिंदगी पड़ी है, अभी बस सेवादार बनके सेवा करो। हमें इस इनकलाब का ना राजनीतिकरण करना है और ना इस इनकलाब का राजनीतिकरण होने देना है। मेरी केंद्र सरकार से अपील है कि किसानों को सभी मांगे किसानों की तुरंत मानी जाएं और एमएसपी की गारंटी को कानून में डाला जाए। जय हिंद। 3 ਨਿਊਜ਼ ਆਮ ਆਦਮੀ ਦੀ ਆਵਾਜ਼। ਤੁਸੀਂ ਦੇਖੋਗੇ ਖਬਰ ਹਰ ਧਰਮ ਦੀ, ਖੇਡ ਦੇ ਮੈਦਾਨ ਤੋਂ ਤਾਜ਼ੇ ਅਤੇ ਲਾਈਵ ਅਪਡੇਟ ਅਤੇ ਨਾਲ ਹੀ ਰਾਜਨੀਤੀ ਦੇ ਉਥਲ-ਪੁਥਲ ਦੀਆਂ ਹਰ ਤਰ੍ਹਾਂ ਦੀਆਂ ਖਬਰਾਂ ਜਾਣਨ